ਮੈਂ ਕੁਝ ਗਾਹਕਾਂ ਨੂੰ ਸਮਾਨ ਦੇ ਕੇ ਆਪਣੀ ਦੁਕਾਨ ਤੇ ਵਿਹਲਾ ਬੈਠਾ ਸੀ। ਇਸ ਸਮੇਂ ਬਹੁਤ ਘੱਟ ਗਾਹਕ ਆਉਂਦੇ ਸਨ, ਥੋੜ੍ਹੇ ਜਿਹੇ ਲੋਕ ਹੀ ਆ ਰਹੇ ਸਨ। ਜਦੋਂ ਮੈਂ ਘੜੀ 'ਤੇ ਸਮਾਂ ਦੇਖਿਆ ਤਾਂ ਦੁਪਹਿਰ ਦੇ 2:30 ਵੱਜ ਚੁੱਕੇ ਸਨ ਅਤੇ ਹੁਣ ਮੈਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ। ਪਰ ਘਰ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਕਿਉਂਕਿ ਘਰ ਦੇ ਨਾਂ 'ਤੇ ਮੇਰਾ ਇੱਕ ਹੀ ਘਰ ਸੀ, ਜਿਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੇਰੇ ਖਾਣ ਪੀਣ ਜਾਂ ਆਰਾਮ ਦੀ ਕੋਈ ਵੀ ਚਿੰਤਾ ਨਹੀਂ ਸੀ। ਉਹਨਾਂ ਨੂੰ ਸਿਰਫ ਪੈਸਿਆਂ ਦੀ ਹੀ ਚਿੰਤਾ ਸੀ ਜੋ ਮੈਂ ਆਪਣੇ ਕੰਮ ਤੋਂ ਲਿਆਉਂਦਾ ਸੀ, ਅਤੇ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਦੁਕਾਨ ਬੰਦ ਕਰਕੇ ਖਾਣਾ ਖਾਣ ਆ ਰਿਹਾ ਹਾਂ ਤਾਂ ਉਹ ਤਬਾਹੀ ਮਚਾ ਦਿੰਦੇ। ਇਸ ਲਈ ਮੈਂ ਉੱਠ ਕੇ ਦੁਕਾਨ ਬੰਦ ਕਰਕੇ ਕਿਸੇ ਹੋਟਲ 'ਤੇ ਖਾਣਾ ਖਾਣ ਲਈ ਆਉਣ ਲੱਗਾ। ਅਜੇ ਮੈਂ ਦੁਕਾਨ ਦਾ ਸ਼ਟਰ ਹੇਠਾਂ ਹੀ ਕੀਤਾ ਸੀ ਕਿ ਮੇਰੀ ਨਜ਼ਰ ਸਾਹਮਣੇ ਤੋਂ ਆ ਰਹੀ ਇੱਕ ਮਾਸੂਮ ਲੜਕੀ 'ਤੇ ਪਈ। ਉਹ ਮੇਰੇ ਵੱਲ ਵਧ ਰਹੀ ਸੀ। ਮੈਂ ਦੁਕਾਨ ਦੇ ਬਾਹਰ ਖੜਾ ਹੋ ਕੇ ਇਹ ਸੋਚਣ ਲੱਗਾ, ਸ਼ਾਇਦ ਉਹ ਕੋਈ ਚੀਜ਼ ਜਾਂ ਹੋਰ ਸਮਾਨ ਲੈਣ ਆ ਰਹੀ ਹੈ। ਉਸਦੇ ਹੱਥ ਵਿੱਚ ਕੱਪੜੇ ਨਾਲ ਕੋਈ ਚੀਜ਼ ਢੱਕੀ ਹੋਈ ਸੀ। ਆਉਂਦਿਆਂ ਹੀ ਉਸਨੇ ਮੈਨੂੰ ਦੇ ਦਿੱਤੀ ਤੇ ਕਿਹਾ, ਇਹ ਖਾਣਾ ਮੇਰੀ ਮਾਂ ਨੇ ਤੁਹਾਡੇ ਲਈ ਭੇਜਿਆ ਹੈ। ਮੈਂ ਹੈਰਾਨ ਸੀ ਕਿ ਮੈਂ ਦੁਕਾਨ ਤੋਂ ਬਾਹਰ ਖਾਣਾ ਲੈਣ ਜਾ ਰਿਹਾ ਸੀ ਤੇ ਹੁਣੇ ਹੀ ਕਿਸੇ ਨੇ ਮੇਰੇ ਲਈ ਖਾਣਾ ਭੇਜ ਦਿੱਤਾ। ਖਾਣਾ ਲੈ ਕੇ ਉਸਦਾ ਧੰਨਵਾਦ ਕੀਤਾ ਤੇ ਉਸਨੂੰ ਕਿਹਾ ਕਿ ਉਹ ਮੇਰੀ ਤਰਫ ਤੋਂ ਆਪਣੀ ਮਾਂ ਨੂੰ ਧੰਨਵਾਦ ਕਹਿ ਦੇਵੇ। ਮੈਂ ਦੁਕਾਨ 'ਤੇ ਬੈਠ ਕੇ ਖਾਣਾ ਸ਼ੁਰੂ ਕੀਤਾ। ਬਹੁਤ ਸਵਾਦਿਸ਼ਟ ਭੋਜਨ ਤਿਆਰ ਕੀਤਾ ਗਿਆ ਸੀ। ਕਿਸੇ ਨੇ ਵੱਡੇ ਦਿਲ ਨਾਲ ਬਣਾਇਆ ਸੀ। ਜਦੋਂ ਮੈਂ ਭੋਜਨ ਖਾ ਕੇ ਵਿਹਲਾ ਹੋਇਆ ਤਾਂ ਗਾਹਕ ਵੀ ਇੱਕ ਕਰਕੇ ਆਉਣ ਲੱਗੇ। ਮੈਂ ਆਪਣੇ ਕੰਮ ਵਿੱਚ ਰੁੱਝ ਗਿਆ। ਅਗਲੇ ਦਿਨ ਫਿਰ ਉਹੀ ਲੜਕੀ ਖਾਣਾ ਲੈ ਕੇ ਆਈ। ਉਸਨੇ ਕਿਹਾ, ਇਹ ਮੇਰੀ ਮਾਂ ਨੇ ਭੇਜਿਆ ਹੈ। ਹੁਣ ਇਹ ਸਿਲਸਿਲਾ ਹਰ ਰੋਜ਼ ਹੀ ਹੋਣ ਲੱਗਾ। ਮੇਰੇ ਲਈ ਖਾਣਾ ਲੈ ਕੇ ਲੜਕੀ ਆਉਂਦੀ ਅਤੇ ਮੈਂ ਆਪਣੇ ਦਿਲ ਦੀ ਤਸੱਲੀ ਨਾਲ ਖਾਂਦਾ। ਉਹ ਕੁੜੀ ਹਰ ਰੋਜ਼ ਮੇਰੇ ਲਈ ਖਾਣਾ ਲੈ ਕੇ ਆਉਂਦੀ ਸੀ, ਪਰ ਅੱਜ ਤੱਕ ਮੈਂ ਉਸਨੂੰ ਇਹ ਨਹੀਂ ਪੁੱਛਿਆ ਸੀ ਕਿ ਉਸਦੀ ਮਾਂ ਮੇਰੇ ਲਈ ਖਾਣਾ ਕਿਉਂ ਭੇਜਦੀ ਹੈ। ਪਰ ਅੱਜ ਇਹ ਸਵਾਲ ਮੇਰੇ ਮਨ ਵਿੱਚ ਆ ਗਿਆ ਸੀ। ਫਿਰ ਦੁਪਹਿਰ ਨੂੰ ਉਸੇ ਸਮੇਂ ਜਦੋਂ ਉਹ ਕੁੜੀ ਖਾਣਾ ਲੈ ਕੇ ਮੇਰੀ ਦੁਕਾਨ ਵਿੱਚ ਆਈ ਤਾਂ ਮੈਂ ਉਸ ਦੇ ਸਿਰ 'ਤੇ ਹੱਥ ਰੱਖ ਕੇ ਪੁੱਛਿਆ, ਬੇਟਾ ਤੂੰ ਕੌਣ ਹੈ? ਤੇਰੀ ਮਾਂ ਮੇਰੇ ਲਈ ਹਰ ਰੋਜ਼ ਖਾਣਾ ਕਿਉਂ ਭੇਜਦੀ ਹੈ? ਕੁੜੀ ਨੇ ਜੋ ਕਿਹਾ ਉਹ ਮੇਰੇ ਲਈ ਬਹੁਤ ਹੈਰਾਨੀਜਨਕ ਅਤੇ ਪਰੇਸ਼ਾਨ ਕਰਨ ਵਾਲਾ ਸੀ। ਮੈਂ ਅਣਜਾਣੇ ਵਿੱਚ ਹਰ ਰੋਜ਼ ਕਿਸੇ ਦਾ ਲਿਆਂਦਾ ਖਾਣਾ ਖਾ ਰਿਹਾ ਸੀ, ਕਿਉਂਕਿ ਲੜਕੀ ਨੇ ਕਿਹਾ ਸੀ ਕਿ ਮੇਰੀ ਮਾਂ ਮੇਰੇ ਪਿਤਾ ਜੀ ਲਈ ਭੋਜਨ ਭੇਜਦੀ ਹੈ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆ ਜਾਂਦੀ ਹਾਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਬੱਚੀ ਦੀ ਉਮਰ 5-6 ਸਾਲ ਹੋਣੀ ਹੈ। ਉਹ ਦੇਖਣ ਵਿੱਚ ਮਾਸੂਮ ਤੇ ਨਾਸਮਝ ਸੀ, ਪਰ ਘੱਟੋ ਘੱਟ ਮੈਂ ਤਾਂ ਇੱਕ ਸਮਝਦਾਰ ਵਿਅਕਤੀ ਸੀ। ਮੈਂ ਕਿਸੇ ਹੋਰ ਦਾ ਭੋਜਨ ਕਿਵੇਂ ਲੈ ਸਕਦਾ ਸੀ ਅਤੇ ਬਿਨਾਂ ਪੁੱਛੇ ਖਾ ਸਕਦਾ ਸੀ, ਉਹ ਵੀ ਪਿਛਲੇ 1 ਹਫ਼ਤੇ ਤੋਂ ਲਗਾਤਾਰ। ਕੁੜੀ ਦੀ ਗੱਲ ਸੁਣ ਕੇ ਸ਼ਰਮ ਦੀ ਕੋਈ ਹੱਦ ਨਾ ਮੇਰੇ ਲਈ ਰਹੀ। ਹੁਣ ਮੈਨੂੰ ਉਹਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਦਾ ਮੈਂ ਖਾਣਾ ਖਾਧਾ ਹੈ। ਮੈਂ ਬੱਚੇ ਦਾ ਹੱਥ ਫੜ ਕੇ ਉਸਨੂੰ ਦੁਕਾਨ ਤੋਂ ਬਾਹਰ ਲਿਆਂਦਾ ਅਤੇ ਗਲੀ ਵਿੱਚ ਖੜਾ ਕਰ ਦਿੱਤਾ। ਫਿਰ ਪੁੱਛਿਆ, ਬੇਟਾ ਇਸ ਬਾਜ਼ਾਰ ਵਿੱਚ ਤੇਰੇ ਪਿਤਾ ਦੀ ਦੁਕਾਨ ਕਿੱਥੇ ਹੈ? ਕਿਉਂਕਿ ਮੈਂ ਸੋਚਿਆ ਕਿ ਸ਼ਾਇਦ ਕਿ ਕੁੜੀ ਆਪਣੇ ਪਿਤਾ ਦਾ ਖਾਣਾ ਦੇਣ ਲਈ ਕਿਸੇ ਹੋਰ ਦੁਕਾਨ 'ਤੇ ਜਾਣਾ ਚਾਹੁੰਦੀ ਹੋਵੇ, ਪਰ ਰਸਤਾ ਭੁੱਲ ਕੇ ਉਹ ਮੈਨੂੰ ਖਾਣਾ ਦੇ ਰਹੀ ਹੈ। ਪਰ ਕੁੜੀ ਨੇ ਕਿਹਾ ਕਿ ਮੇਰੇ ਪਿਤਾ ਜੀ ਦੀ ਦੁਕਾਨ ਇਸ ਬਾਜ਼ਾਰ ਵਿੱਚ ਕਿਤੇ ਨਹੀਂ ਹੈ। ਜਦੋਂ ਮੈਂ ਪੁੱਛਿਆ ਕਿ ਤੁਸੀਂ ਹਰ ਰੋਜ਼ ਕਿਸ ਲਈ ਖਾਣਾ ਲਿਆਉਂਦੇ ਹੋ ਤਾਂ ਉਸਦਾ ਜਵਾਬ ਸੀ ਕਿ ਮੈਂ ਤੁਹਾਡੇ ਲਈ ਖਾਣਾ ਲਿਆਉਂਦੀ ਹਾਂ ਅਤੇ ਮੇਰੀ ਮਾਂ ਕਹਿੰਦੀ ਹੈ ਕਿ ਜੇਕਰ ਤੂੰ ਚਾਹੁੰਦੀ ਹੈ ਕਿ ਤੇਰੇ ਪਿਤਾ ਜੀ ਦਾ ਢਿੱਡ ਭਰ ਕੇ ਖਾਣਾ ਖਾ ਲਵੇ ਤਾਂ ਤੂੰ ਇਹ ਭੋਜਨ ਉਹਨਾਂ ਨਹੀਂ ਲੈ ਜਾ। ਤੇ ਮੈਂ ਕੁੜੀ ਨੂੰ ਲੱਖ ਵਾਰ ਸਮਝਾਇਆ, ਪੁੱਤ ਮੈਂ ਤੇਰਾ ਪਾਪਾ ਨਹੀਂ ਹਾਂ। ਜੇਕਰ ਤੁਹਾਡੀ ਮਾਂ ਤੁਹਾਨੂੰ ਤੁਹਾਡੇ ਪਿਤਾ ਲਈ ਖਾਣਾ ਦਿੰਦੀ ਹੈ, ਤੁਸੀਂ ਉਹ ਖਾਣਾ ਉਹਨਾਂ ਨੂੰ ਦੇ ਕੇ ਆਓ। ਪਰ ਉਹ ਹਰ ਵਾਰ ਬੱਚੀ ਮੇਰੇ ਲਈ ਖਾਣਾ ਲਿਆਉਂਦੀ ਰਹਿੰਦੀ ਅਤੇ ਕਹਿੰਦੀ ਕਿ ਇਹ ਮੇਰੀ ਮਾਂ ਨੇ ਤੁਹਾਡੇ ਲਈ ਭੇਜਿਆ ਹੈ। ਹੁਣ ਮੈਂ ਬਹੁਤ ਹੀ ਪਰੇਸ਼ਾਨ ਸੀ, ਕਿਉਂਕਿ ਮੈਂ ਪਹਿਲਾਂ ਹੀ ਕਈ ਵਾਰ ਖਾਣਾ ਖਾ ਕੇ ਸ਼ਰਮਿੰਦਾ ਸੀ। ਇਸ ਲਈ ਅੱਜ ਜਦੋਂ ਲੜਕੀ ਖਾਣਾ ਦੇਣ ਆਈ ਤਾਂ ਮੈਂ ਫੈਸਲਾ ਕੀਤਾ ਕਿ ਮੈਂ ਇਸ ਲੜਕੀ ਦੇ ਘਰ ਜਾਵਾਂਗਾ ਤੇ ਪਤਾ ਕਰਾਂਗਾ ਕਿ ਇਸ ਦੀ ਮਾਂ ਕਿਸ ਲਈ ਖਾਣਾ ਭੇਜਦੀ ਹੈ, ਕਿਉਂਕਿ ਲੜਕੀ ਸ਼ਾਇਦ ਆਪਣਾ ਰਸਤਾ ਭੁੱਲ ਕੇ ਹਰ ਰੋਜ਼ ਮੇਰੀ ਦੁਕਾਨ 'ਤੇ ਖਾਣਾ ਲੈ ਕੇ ਆਉਂਦੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਇਦ ਇਸ ਬਾਰੇ ਪਤਾ ਵੀ ਨਹੀਂ ਸੀ। ਉਹ 5 ਸਾਲ ਦੀ ਕੁੜੀ ਸੀ, ਇਸ ਲਈ ਉਸ ਲਈ ਗਲਤੀ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਇਸ ਵਾਰ ਜਦੋਂ ਮੈਂ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੀ ਦੇ ਅੱਖਾਂ ਵਿੱਚ ਹੰਝੂ ਨਿਕਲ ਆਏ ਤੇ ਕਿਹਾ, ਜਦੋਂ ਤੱਕ ਤੁਸੀਂ ਖਾਣਾ ਨਹੀਂ ਲੈਂਦੇ ਮੈਂ ਵਾਪਸ ਨਹੀਂ ਜਾਊਂਗੀ। ਮੈਂ ਉਸਦੇ ਹੱਥੋਂ ਖਾਣੇ ਦੀ ਪਲੇਟ ਲੈਣ ਲਈ ਮਜਬੂਰ ਹੋ ਗਿਆ।
ਪਰ ਮੈਂ ਬਿਨਾਂ ਖਾਣਾ ਖਾਧੇ ਮੇਜ਼ 'ਤੇ ਰੱਖ ਦਿੱਤਾ। ਜਦੋਂ ਵਾਪਸ ਜਾਣ ਲੱਗੀ ਤਾਂ ਮੈਂ ਵੀ ਖਾਣੇ ਦੀ ਪਲੇਟ ਚੁੱਕ ਕੇ ਉਸਦੇ ਪਿੱਛੇ ਲੱਗ ਗਿਆ। ਜਦੋਂ ਕੁੜੀ ਨੇੜਲੇ ਘਰ ਵਿੱਚ ਦਾਖਲ ਹੋਈ ਤਾਂ ਮੈਂ ਵੀ ਮੁੱਖ ਦਰਵਾਜ਼ੇ ਦੀ ਘੰਟੀ ਵਜਾਈ ਅਤੇ ਕਿਸੇ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗਾ ਸੀ ਅਤੇ ਥੋੜ੍ਹੀ ਹੀ ਦੇਰ ਬਾਅਦ ਇੱਕ 25-26 ਸਾਲ ਦੀ ਸੋਹਣੀ ਕੁੜੀ ਦਰਵਾਜ਼ੇ 'ਤੇ ਆਈ। ਮੈਂ ਉਸਨੂੰ ਕਿਹਾ ਕਿ ਤੁਹਾਡੀ ਲੜਕੀ ਕਿਸੇ ਗਲਤਫਹਿਮੀ ਕਾਰਨ ਹਰ ਰੋਜ਼ ਮੇਰੀ ਦੁਕਾਨ 'ਤੇ ਮੇਰੇ ਲਈ ਖਾਣਾ ਪਹੁੰਚਾਉਂਦੀ ਹੈ। ਬੇਸ਼ੱਕ ਉਹ ਆਪਣੇ ਪਿਤਾ ਲਈ ਖਾਣਾ ਗਲਤੀ ਨਾਲ ਉਹ ਮੇਰੀ ਦੁਕਾਨ 'ਤੇ ਦੇ ਦਿੰਦੀ ਹੈ ਤੇ ਵਾਪਸ ਚਲੀ ਜਾਂਦੀ ਹੈ। ਮੈਂ ਬੱਚੇ ਨੂੰ ਕਈ ਵਾਰ ਕਿਹਾ ਕਿ ਤੁਸੀਂ ਗਲਤ ਜਗ੍ਹਾ 'ਤੇ ਖਾਣਾ ਦਿੰਦੇ ਹੋ, ਪਰ ਉਹ ਖਾਣਾ ਰੱਖਣ ਦੀ ਜਿੱਦ ਕਰਦੀ ਹੈ। ਮੈਂ ਕੁੜੀ ਨੂੰ ਕਿਹਾ ਕਿ ਤੁਹਾਡੇ ਪਾਪਾ ਦੀ ਦੁਕਾਨ ਕਿੱਥੇ ਹੈ, ਮੈਂ ਉਹਨਾਂ ਨੂੰ ਖਾਣਾ ਪਹੁੰਚਾ ਦਿੰਦਾ ਹਾਂ। ਉਹ ਕੁੜੀ ਚੁੱਪਚਾਪ ਖੜੀ ਮੇਰੀ ਗੱਲ ਸੁਣਦੀ ਰਹਿੰਦੀ ਹੈ ਤੇ ਮੈਂ ਬੋਲ ਕੇ ਚੁੱਪ ਹੋ ਜਾਂਦਾ ਹਾਂ। ਤਾਂ ਉਸ ਦੀ ਮਾਂ ਬੋਲੀ ਕਿ ਅਨਾਇਆ ਦਾ ਪਿਤਾ ਇਸ ਦੁਨੀਆ ਵਿੱਚ ਨਹੀਂ ਹੈ, ਉਹ ਮਰ ਗਿਆ ਹੈ। ਨੇੜੇ ਕੋਈ ਮੰਦਰ ਵੀ ਨਹੀਂ ਹੈ ਜਿੱਥੇ ਮੈਂ ਆਪਣੀ ਧੀ ਤੋਂ ਉਹ ਭੋਜਨ ਕਿਸੇ ਗਰੀਬ ਵਿਅਕਤੀ ਨੂੰ ਦਾਨ ਕਰਵਾ ਸਕਦੀ ਤਾਂ ਜੋ ਮੇਰੀ ਧੀ ਦੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ ਉਹ ਭੋਜਨ ਕਿਸੇ ਲੋੜਵੰਦ ਨੂੰ ਦੇਣਾ ਚਾਹੁੰਦੀ ਸੀ। ਮੈਂ ਕਾਫੀ ਸਮੇਂ ਤੋਂ ਦੇਖ ਰਹੀ ਸੀ ਕਿ ਤੁਸੀਂ ਹੋਟਲ ਦਾ ਖਾਣਾ ਖਾਂਦੇ ਹੋ, ਤਾਂ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਘਰ ਦਾ ਖਾਣਾ ਦਿੱਤਾ ਜਾਵੇ ਤੇ ਮੇਰੇ ਧੀ ਦੇ ਦਿਲ ਨੂੰ ਵੀ ਤਸੱਲੀ ਮਿਲ ਜਾਵੇ। ਇਸ ਤੋਂ ਬਾਅਦ ਮੈਂ ਵਾਪਸ ਦੁਕਾਨ 'ਤੇ ਚਲਾ ਗਿਆ, ਪਰ ਮੇਰਾ ਪੂਰਾ ਦਿਨ ਇਸੇ ਤਰ੍ਹਾਂ ਹੀ ਸੋਚਾਂ ਵਿੱਚ ਬੀਤ ਗਿਆ। ਦੁਕਾਨ 'ਤੇ ਕੰਮ ਵਿੱਚ ਵੀ ਮੇਰਾ ਮਨ ਨਹੀਂ ਲੱਗ ਰਿਹਾ ਸੀ, ਇਸ ਲਈ ਮੈਂ ਜਲਦੀ ਦੁਕਾਨ ਬੰਦ ਕਰਕੇ ਘਰ ਪਹੁੰਚਿਆ। ਅਜੇ ਮੈਂ ਆਪਣੇ ਕਮਰੇ ਵਿੱਚ ਹੀ ਪਹੁੰਚਿਆ ਸੀ ਕਿ ਮੇਰੀ ਮਤਰੇਈ ਮਾਂ ਨੇ ਮੈਨੂੰ ਦੇਖਿਆ ਤੇ ਜਲਦੀ ਘਰ ਆਉਣ ਦਾ ਕਾਰਨ ਪੁੱਛਿਆ। ਮੈਂ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਦੁਕਾਨ ਜਲਦੀ ਬੰਦ ਕਰ ਦਿੱਤੀ ਸੀ। ਉਸਨੇ ਮੇਰੇ ਕੋਲੋਂ ਪੈਸੇ ਲਏ ਤੇ ਗਿਣ ਕੇ ਆਪਣੇ ਕੋਲ ਰੱਖ ਲਏ। ਇਹ ਮੇਰੀ ਜ਼ਿੰਦਗੀ ਦਾ ਨਿੱਤ ਦਾ ਰੂਟੀਨ ਸੀ। ਮੈਂ ਸਵੇਰੇ ਉੱਠ ਕੇ ਦੁਕਾਨ 'ਤੇ ਜਾ ਕੇ ਪੂਰੇ ਦਿਨ ਦੀ ਕਮਾਈ ਲਿਆ ਕੇ ਆਪਣੀ ਮਤਰੇਈ ਮਾਂ ਨੂੰ ਸੌਂਪ ਦਿੰਦਾ। ਇਸ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਮੈਂ ਹੀ ਸੀ। ਮੇਰੇ ਪਿਤਾ ਜੀ ਅਧਰੰਗ ਨਾਲ ਪੀੜਤ ਸਨ, ਜੋ ਮੰਜੇ 'ਤੇ ਪਏ ਸਨ। ਉਹਨਾਂ ਇਹ ਦੁਕਾਨ ਉਸ ਸਮੇਂ ਖੋਲ੍ਹੀ ਸੀ ਜਦੋਂ ਉਹ ਠੀਕ ਠਾਕ ਸਨ, ਜੋ ਹੁਣ ਸਾਡੇ ਪਰਿਵਾਰ ਦੀ ਰੋਜੀ ਰੋਟੀ ਦਾ ਸਾਧਨ ਸੀ। ਪਾਪਾ ਨੂੰ ਅਚਾਨਕ ਅਧਰੰਗ ਹੋ ਗਿਆ, ਇਸ ਲਈ ਅਜਿਹੀ ਸਥਿਤੀ ਵਿੱਚ ਦੁਕਾਨ ਬੰਦ ਕਰਨ ਦਾ ਮਤਲਬ ਹੀ ਨਹੀਂ ਸੀ। ਮੇਰੀ ਮਤਰੇਈ ਮਾਂ ਦੇ ਕਹਿਣ 'ਤੇ ਮੈਂ ਪੜ੍ਹਾਈ ਛੱਡ ਕੇ ਦੁਕਾਨ ਸੰਭਾਲ ਲਈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੁਕਾਨ 'ਤੇ ਹੀ ਕੰਮ ਕਰਦਾ। ਘਰ ਤੋਂ ਦੁਕਾਨ 'ਤੇ, ਦੁਕਾਨ ਤੋਂ ਘਰ ਵਾਪਸ ਆਉਂਦਾ। ਮੇਰਾ ਜੀਵਨ ਇਸ ਤਰ੍ਹਾਂ ਹੀ ਚੱਲ ਰਿਹਾ ਸੀ। ਮੈਂ 15 ਸਾਲਾਂ ਦੀ ਉਮਰ ਤੋਂ ਦੁਕਾਨ ਦੀ ਦੇਖ ਰੇਖ ਕਰ ਰਿਹਾ ਸੀ। ਅੱਜ ਮੈਂ 25 ਸਾਲਾਂ ਦਾ ਹੋ ਗਿਆ ਸੀ ਅਤੇ ਇੰਨੇ ਲੰਮੇ ਸਮੇਂ ਵਿੱਚ ਮੈਂ ਇੱਕ ਦਿਨ ਵੀ ਛੁੱਟੀ ਨਹੀਂ ਲਈ ਸੀ ਤੇ ਨਾ ਹੀ ਕਿਤੇ ਹੋਰ ਜਾਣ ਬਾਰੇ ਸੋਚਿਆ ਸੀ। ਮੈਂ ਇਸ ਤਰੀਕੇ ਨਾਲ ਪੈਸੇ ਕਮਾਉਣਾ ਜ਼ਿੰਦਗੀ ਦਾ ਉਦੇਸ਼ ਹੀ ਬਣਾ ਲਿਆ ਸੀ। ਇਸ ਤੋਂ ਇਲਾਵਾ ਮੈਨੂੰ ਜ਼ਿੰਦਗੀ ਦੇ ਕਿਸੇ ਵੀ ਸੁੱਖ ਦੁੱਖ ਨਾਲ ਕੋਈ ਵੀ ਸਰੋਕਾਰ ਨਹੀਂ ਸੀ। ਮੈਨੂੰ ਆਪਣੇ ਕਿਸੇ ਦਾ ਵੀ ਕੋਈ ਗਿਆਨ ਨਹੀਂ ਸੀ। ਮੈਂ ਕਦੋਂ ਅਨਾਥ ਬਣਿਆ ਮੈਨੂੰ ਇਹ ਵੀ ਪਤਾ ਨਹੀਂ, ਕਿਉਂਕਿ ਮੈਨੂੰ ਆਪਣੀ ਮਾਂ ਦਾ ਚਿਹਰਾ ਵੀ ਯਾਦ ਨਹੀਂ ਸੀ। ਮੈਂ ਹਮੇਸ਼ਾ ਆਪਣੀ ਮਤਰੇਈ ਮਾਂ ਤੋਂ ਹੀ ਸੁਣਿਆ ਹੈ ਕਿ ਮੈਂ ਉਸ ਦਾ ਮਤਰੇਆ ਪੁੱਤ ਹਾਂ। ਮੇਰੇ ਤੋਂ ਇਲਾਵਾ ਪਿਤਾ ਜੀ ਦਾ ਇੱਕ ਹੋਰ ਬੱਚਾ, ਉਹ ਮੇਰੀ ਮਤਰੇਈ ਭੈਣ ਸੀ। ਉਹ ਸ਼ਹਿਰ ਵਿੱਚ ਚੰਗੇ ਕਾਲਜ ਵਿੱਚ ਪੜ੍ਹਦੀ ਸੀ। ਕਈ ਵਾਰ ਜਦੋਂ ਉਹ ਘਰ ਆਉਂਦੀ ਤਾਂ ਉਹ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੀ ਸੀ। ਮੈਂ ਸਵੇਰੇ ਬਿਨਾਂ ਕੁਛ ਖਾਧੇ ਘਰੋਂ ਨਿਕਲ ਜਾਂਦਾ ਤੇ ਰਾਤ ਨੂੰ ਦੁਕਾਨ ਬੰਦ ਕਰਕੇ ਦੇਰ ਨਾਲ ਵਾਪਸ ਆਉਂਦਾ ਅਤੇ ਫਿਰ ਵੀ ਘਰ ਵਿੱਚ ਮੇਰੇ ਲਈ ਖਾਣ ਲਈ ਕੁਝ ਵੀ ਨਹੀਂ ਹੁੰਦਾ। ਮਤਰੇਈ ਮਾਂ ਜੋ ਵੀ ਖਾਣਾ ਬਣਾਉਂਦੀ ਸੀ ਉਹ ਖੁਦ ਖਾਂਦੀ ਅਤੇ ਪਿਤਾ ਜੀ ਨੂੰ ਖਵਾਉਂਦੀ ਸੀ। ਮੇਰੇ ਲਈ ਇਹੀ ਕਾਫੀ ਸੀ ਕਿ ਉਹ ਮੇਰੇ ਪਿਤਾ ਜੀ ਦੀ ਦੇਖਭਾਲ ਕਰ ਰਹੀ ਸੀ, ਨਹੀਂ ਤਾਂ ਉਹ ਉਸ ਨੂੰ ਬੋਝ ਸਮਝਦੀ। ਇਹ ਮੇਰੇ ਪਿਤਾ ਦੀ ਖਾਤਰ ਸੀ ਕਿ ਮੈਂ ਇਸ ਘਰ ਦਾ ਖਰਚਾ ਚੁੱਕ ਰਿਹਾ ਸੀ, ਜਿਸ ਵਿੱਚ ਮੇਰੀ ਮਤਰੇਈ ਮਾਂ ਤੇ ਭੈਣ ਵੀ ਰਹਿੰਦੀਆਂ ਸਨ। ਹਰ ਰੋਜ਼ ਮੈਂ ਆਪਣੀ ਮਤਰੇਈ ਮਾਂ ਨੂੰ ਜੋ ਪੈਸਾ ਹੁੰਦਾ ਦੇ ਦਿੰਦਾ, ਪਰ ਫਿਰ ਵੀ ਉਹ ਸੋਚ ਰਹੇ ਸਨ ਕਿ ਮੈਂ ਉਹਨਾਂ ਲੋਕਾਂ ਲਈ ਕੀ ਕੀਤਾ। ਪਾਪਾ ਉਹਨਾਂ ਦੇ ਕਮਰੇ ਵਿੱਚ ਰਹਿੰਦੇ ਸਨ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਪਤਨੀ ਦੀ ਇਜਾਜ਼ਤ ਨਾਲ ਹੀ ਮਿਲਦਾ ਸੀ। ਜੇ ਉਹ ਚਾਹੁੰਦੀ ਤਾਂ ਮੈਨੂੰ ਪਾਪਾ ਦੇ ਕਮਰੇ ਵਿੱਚ ਜਾਣ ਦਿੰਦੀ, ਜੇ ਉਹ ਨਾ ਚਾਹੁੰਦੀ ਤਾਂ ਮੈਂ ਹਫਤਾ ਆਪਣੇ ਪਿਤਾ ਜੀ ਦਾ ਚਿਹਰਾ ਨਹੀਂ ਦੇਖਦਾ। ਬਚਪਨ ਤੋਂ ਹੀ ਮੈਨੂੰ ਉਸ ਤੋਂ ਕੋਈ ਸਵਾਲ ਪੁੱਛਣ ਦੀ ਆਦਤ ਨਹੀਂ ਸੀ ਅਤੇ ਇਹ ਆਦਤ ਮੇਰੇ ਪਿਤਾ ਜੀ ਨੇ ਹੀ ਪਾਈ ਸੀ। ਮੇਰੀ ਮਤਰੇਈ ਮਾਂ ਮੇਰੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਇਸ ਕਰਕੇ ਮੇਰੇ
ਵਿੱਚ ਉਹਨਾਂ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਸੀ। ਆਪਣੀ ਮਤਰੇਈ ਮਾਂ ਵੱਲ ਦੇਖ ਕੇ ਮੈਨੂੰ ਉਸ ਕੁੜੀ ਦਾ ਖਿਆਲ ਆਇਆ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਉਸਦੀ ਆਤਮਾ ਦੀ ਸ਼ਾਂਤੀ ਲਈ ਗਰੀਬ ਲੋਕਾਂ ਨੂੰ ਰੋਟੀ ਖਵਾਉਂਦੀ ਸੀ ਅਤੇ ਇੱਥੇ ਮੇਰੇ ਪਿਤਾ ਜੀ ਜਿਉਂਦੇ ਜੀ ਇੱਕ ਇੱਕ ਰੋਟੀ ਲਈ ਤਰਸਦੇ ਸੀ। ਉਹ ਔਰਤ ਆਪਣੇ ਪਤੀ ਲਈ ਕਿੰਨੀ ਵਫਾਦਾਰ ਸੀ ਜੋ ਆਪਣੇ ਪਤੀ ਦੇ ਹਿੱਸੇ ਦਾ ਭੋਜਨ ਇੱਕ ਛੋਟੀ ਲੜਕੀ ਦੇ ਹੱਥਾਂ ਰਾਹੀਂ ਮੇਰੇ ਲਈ ਭੇਜਦੀ ਸੀ। ਕਾਸ਼ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਵੀ ਅਜਿਹੀ ਵਫਾਦਾਰ ਪਤਨੀ ਮਿਲ ਜਾਂਦੀ ਅਤੇ ਅੱਜ ਇਸ ਘਰ ਵਿੱਚ ਪੈਸੇ ਤੋਂ ਇਲਾਵਾ ਇਨਸਾਨ ਦਾ ਵੀ ਕੁਝ ਮਹੱਤਵ ਹੁੰਦਾ। ਮੈਂ ਰਾਤ ਤੱਕ ਇਹਨਾਂ ਸਾਰੀਆਂ ਗੱਲਾਂ ਬਾਰੇ ਸੋਚਦਾ ਰਿਹਾ। ਅਗਲੇ ਦਿਨ ਰੂਟੀਨ ਅਨੁਸਾਰ ਮੈਂ ਕਮਰਾ ਛੱਡ ਕੇ ਦੁਕਾਨ ਵੱਲ ਜਾਣ ਲੱਗਾ ਤਾਂ ਮੇਰੀ ਮਤਰੇਈ ਮਾਂ ਨੇ ਸਾਹਮਣੇ ਤੋਂ ਆ ਕੇ ਮੈਨੂੰ ਕਿਹਾ ਕਿ ਅੱਜ ਕੱਲ੍ਹ ਤੇਰਾ ਦੁਕਾਨ 'ਤੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਇਸ ਲਈ ਤੂੰ ਦੁਕਾਨ ਜਲਦੀ ਬੰਦ ਕਰਨ ਲੱਗ ਪਿਆ ਹੈ। ਭਾਵੇਂ ਤੈਨੂੰ ਪਤਾ ਹੈ ਕਿ ਤੇਰੇ ਤੋਂ ਇਲਾਵਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈ। ਤੁਸੀਂ ਹੀ ਇੱਕ ਆਦਮੀ ਹੋ ਸਾਨੂੰ ਜੋ ਵੀ ਚਾਹੀਦਾ ਹੈ ਲਿਆਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੇਰੇ ਪਿਤਾ ਨੇ ਇਹ ਬੋਝ ਮੇਰੇ ਮੋਢਿਆਂ 'ਤੇ ਪਾਇਆ ਹੈ, ਨਹੀਂ ਤਾਂ ਮੈਂ ਤੁਹਾਡੇ ਕੋਲੋਂ 1 ਰੁਪਈਆ ਨਾ ਮੰਗਦੀ। ਮੈਂ ਉਸ ਨਾਲ ਕਿਸੇ ਵੀ ਗੱਲ ਬਾਰੇ ਬਹੁਤੀ ਬਹਿਸ ਨਹੀਂ ਕੀਤੀ ਤੇ ਸਿਰ ਹਿਲਾ ਕੇ ਕਿਹਾ, ਮੈਂ ਤੁਹਾਨੂੰ ਭਵਿੱਖ ਵਿੱਚ ਕੁਝ ਹੋਰ ਪੈਸੇ ਦੇਣ ਦੀ ਕੋਸ਼ਿਸ਼ ਕਰਾਂਗਾ। ਫਿਰ ਉਸਨੇ ਕਿਹਾ ਕਿ ਅਗਲੇ ਹਫ਼ਤੇ ਮੇਰੀ ਬੇਟੀ ਪੜ੍ਹਾਈ ਪੂਰੀ ਕਰਕੇ ਵਾਪਸ ਆ ਰਹੀ ਹੈ। ਜਿਵੇਂ ਹੀ ਉਹ ਵਾਪਸ ਆਵੇਗੀ ਮੈਂ ਉਸ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦੇਵਾਂਗੀ। ਉਸ ਦੇ ਵਿਆਹ ਲਈ ਵੀ ਤੁਹਾਨੂੰ ਕੁਝ ਕਰਨਾ ਪਵੇਗਾ। ਆਖਰ ਉਹ ਤੁਹਾਡੀ ਭੈਣ ਹੈ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਮੇਰੀ ਇੱਛਾ ਹੈ ਕਿ ਰਿਸ਼ਤਾ ਪੱਕਾ ਹੋਣ ਤੋਂ ਪਹਿਲਾਂ ਮੈਂ ਉਸ ਲਈ ਕੁਝ ਦਾਜ ਇਕੱਠਾ ਕਰ ਲਵਾਂ। ਤੁਸੀਂ ਪੈਸੇ ਦਾ ਇੰਤਜ਼ਾਮ ਕਰ ਸਕਦੇ ਹੋ ਤਾਂ ਕੁਝ ਲੱਖਾਂ ਦਾ ਇੰਤਜ਼ਾਮ ਕਰ ਦਿਓ। ਮੇਰੇ ਕੋਲ ਉਸ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਸੀ ਕਿਉਂਕਿ ਮੈਂ ਕੁਝ ਲੱਖ ਇਕੱਠੇ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਚੁੱਪਚਾਪ ਘਰੋਂ ਬਾਹਰ ਆ ਕੇ ਦੁਕਾਨ 'ਤੇ ਬੈਠਦਾ ਸੋਚਦਾ ਰਿਹਾ ਕਿ ਮੇਰੀ ਭੈਣ ਮੇਰੇ ਤੋਂ 6 ਸਾਲ ਛੋਟੀ ਹੈ। ਮੇਰੀ ਮਤਰੇਈ ਮਾਂ ਨੇ ਉਸ ਦੇ ਵਿਆਹ ਬਾਰੇ ਸੋਚ ਲਿਆ, ਪਰ ਮੇਰੀ ਮਾਂ ਨੇ ਕਦੇ ਮੇਰੇ ਵਿਆਹ ਦੀ ਗੱਲ ਵੀ ਨਹੀਂ ਕੀਤੀ। ਅੱਜ ਦੁਕਾਨ 'ਤੇ ਕਾਫੀ ਭੀੜ ਸੀ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਸੀ। ਮੇਰੀ ਕੱਪੜੇ ਦੀ ਦੁਕਾਨ ਸੀ। ਲੋਕਾਂ ਨੂੰ ਸਮਾਨ ਦਿੰਦੇ ਸਮੇਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਪਿਆਰੀ ਬੱਚੀ ਕਦੋਂ ਮੇਰੇ ਲਈ ਖਾਣਾ ਲੈ ਕੇ ਆਈ ਤੇ ਉਹ ਇੰਨੇ ਲੰਮੇ ਸਮੇਂ ਤੋਂ ਮੇਰੇ ਫ੍ਰੀ ਹੋਣ ਦੀ ਉਡੀਕ ਕਰ ਰਹੀ ਸੀ। ਫਿਰ ਅਚਾਨਕ ਮੈਂ ਉਸ ਨੂੰ ਦੇਖਿਆ ਤੇ ਮੈਂ ਹੈਰਾਨ ਰਹਿ ਗਿਆ ਕਿ ਮੈਂ ਉਸ ਤੋਂ ਪੁੱਛਿਆ ਕਿ ਉਹ ਕਦੋਂ ਆਈ ਸੀ। ਉਸਨੇ ਦੱਸਿਆ ਕਿ ਮੈਨੂੰ ਅੱਧਾ ਘੰਟਾ ਹੋ ਗਿਆ ਹੈ। ਮੈਂ ਉਸ ਵੱਲ ਧਿਆਨ ਹੀ ਨਹੀਂ ਦਿੱਤਾ। ਮੈਨੂੰ ਇਸ ਗੱਲ 'ਤੇ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਫਿਰ ਮੈਂ ਖਾਣਾ ਲੈ ਕੇ ਦੁਕਾਨ ਦਾ ਸ਼ਟਰ ਹੇਠਾਂ ਖਿੱਚ ਦਿੱਤਾ, ਨਹੀਂ ਤਾਂ ਲੋਕ ਮੈਨੂੰ ਖਾਣਾ ਹੀ ਨਾ ਖਾਣ ਦਿੰਦੇ। ਤੇ ਮੈਂ ਦੁਬਾਰਾ ਖਾਣਾ ਖਾਣ ਤੋਂ ਬਾਅਦ ਮੈਂ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਸ਼ਾਮ ਨੂੰ ਜਦੋਂ ਦੁਕਾਨ 'ਤੇ ਭੀੜ ਥੋੜ੍ਹੀ ਘਟ ਗਈ ਤਾਂ ਮੈਂ ਵਿਹਲਾ ਹੋ ਕੇ ਦੁਕਾਨ 'ਤੇ ਬੈਠਾ ਸੀ ਤੇ ਫਿਰ ਮੇਰੀ ਨਜ਼ਰ ਬਾਹਰ ਗਲੀ ਵਿੱਚ ਗਈ। ਅਨਿਆਇਆ ਦੀ ਮਾਂ ਅਨਿਆਇਆ ਨੂੰ ਗੋਦੀ ਵਿੱਚ ਚੁੱਕ ਕੇ ਤੇਜ਼ ਕਦਮਾਂ ਨਾਲ ਕਿਤੇ ਜਾ ਰਹੀ ਸੀ। ਉਸ ਦੀ ਗੋਦੀ ਵਿੱਚ ਬੈਠੀ ਬੱਚੀ ਨੂੰ ਦੇਖ ਕੇ ਮੈਨੂੰ ਤਕਲੀਫ ਹੋਈ। ਮੈਂ ਤੁਰੰਤ ਆਪਣੀ ਦੁਕਾਨ ਤੋਂ ਬਾਹਰ ਆ ਕੇ ਉਸ ਨੂੰ ਰੋਕਿਆ ਤੇ ਪੁੱਛਿਆ, ਕੀ ਗੱਲ ਹੈ? ਲੜਕੀ ਨੇ ਦੱਸਿਆ ਕਿ ਉਸ ਦੀ ਲੜਕੀ ਅਨਿਆਇਆ ਬੁਖਾਰ ਨਾਲ ਬੇਹੋਸ਼ ਹੋ ਗਈ ਹੈ। ਉਹ ਉਸ ਨੂੰ ਲੈ ਕੇ ਹਸਪਤਾਲ ਜਾ ਰਹੀ ਹੈ। ਮੈਂ ਨਜ਼ਦੀਕ ਰੋਡ ਤੋਂ ਮੋਟਰਸਾਈਕਲ ਉਤਾਰ ਲਿਆ ਅਤੇ ਅਨਿਆਇਆ ਤੇ ਉਸ ਦੀ ਮਾਂ ਨੂੰ ਬੈਠਣ ਲਈ ਕਿਹਾ। 10 ਮਿੰਟ ਦੇ ਅੰਦਰ ਅਸੀਂ ਹਸਪਤਾਲ ਪਹੁੰਚ ਗਏ ਜਿੱਥੇ ਅਨਿਆਇਆ ਦਾ ਇਲਾਜ ਤੁਰੰਤ ਸ਼ੁਰੂ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਉਸ ਦਾ ਬੁਖਾਰ ਵੀ ਉਤਰ ਗਿਆ। ਉਸ ਦੀ ਮਾਂ ਲਗਾਤਾਰ ਰੋ ਰਹੀ ਸੀ ਤੇ ਰੱਬ ਅੱਗੇ ਅਰਦਾਸਾਂ ਕਰ ਰਹੀ ਸੀ ਕਿ ਉਸ ਨੇ ਮੇਰਾ ਧੰਨਵਾਦ ਵੀ ਕੀਤਾ। ਇਸ ਲਈ ਮੈਂ ਕਿਹਾ ਕਿ ਇਹ ਮੇਰਾ ਫਰਜ਼ ਹੈ। ਫਿਰ ਮੈਂ ਉਹਨਾਂ ਦੋਵਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਘਰ ਛੱਡ ਦਿੱਤਾ। ਅਨਿਆਇਆ ਦੀ ਮਾਂ ਨੇ ਮੈਨੂੰ ਅੰਦਰ ਆ ਕੇ ਚਾਹ ਪੀਣ ਦੀ ਪੇਸ਼ਕਸ਼ ਕੀਤੀ, ਪਰ ਮੈਂ ਕਿਹਾ ਕਿ ਹੁਣ ਤੁਸੀਂ ਕੁੜੀ ਦਾ ਧਿਆਨ ਰੱਖੋ, ਮੈਂ ਫਿਰ ਪੀ ਲਵਾਂਗਾ। ਜਦੋਂ ਮੈਂ ਉੱਥੋਂ ਘਰ ਆਇਆ ਤਾਂ ਮੇਰੇ ਘਰ ਵੀ ਐਮਰਜੈਂਸੀ ਵਾਲੀ ਸਥਿਤੀ ਬਣੀ ਹੋਈ ਸੀ। ਮੇਰੀ ਮਤਰੇਈ ਮਾਂ ਨੇ ਮੇਰੇ ਤੋਂ ਪੁੱਛਿਆ ਕਿ ਤੁਸੀਂ ਕਿੱਥੇ ਗਈ ਸੀ? ਮੈਂ ਮੁੰਡੇ ਨੂੰ ਦੁਕਾਨ 'ਤੇ ਭੇਜਿਆ ਪਰ ਦੁਕਾਨ ਬੰਦ ਸੀ। ਤੁਹਾਡੇ ਪਿਤਾ ਜੀ ਦੀ ਸਿਹਤ ਅਚਾਨਕ ਵਿਗੜ ਗਈ, ਅੰਦਰ ਡਾਕਟਰ ਮੌਜੂਦ ਹੈ। ਮੈਂ ਤੁਰੰਤ ਪਾਪਾ ਵੱਲ ਭੱਜਿਆ ਪਰ ਡਾਕਟਰ ਨੇ ਮੈਨੂੰ ਦੱਸਿਆ ਕਿ ਪਾਪਾ ਕੁਝ ਪਲ ਦੇ ਹੀ ਮਹਿਮਾਨ ਹਨ। ਉਹਨਾਂ ਨੂੰ ਅਧਰੰਗ ਦਾ ਇੱਕ ਹੋਰ ਗੰਭੀਰ ਦੌਰਾ ਪਿਆ। ਰਾਤ ਨੂੰ ਪਿਤਾ ਜੀ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਕੇ ਚਲੇ ਗਏ। ਪਿਤਾ ਜੀ ਦੇ ਅੰਤਿਮ ਸੰਸਕਾਰ ਤੋਂ ਵਿਹਲਾ ਹੋ ਕੇ ਮੈਂ ਕੁਝ ਦਿਨ ਘਰ ਹੀ ਰਿਹਾ।
ਹੁਣ ਮੈਨੂੰ ਦੁਕਾਨ ਖੋਲ੍ਹਣ ਅਤੇ ਕੰਮ ਕਰਨ ਦੀ ਕੋਈ ਵੀ ਇੱਛਾ ਨਹੀਂ ਸੀ। ਮੈਂ ਆਪਣੇ ਪਿਤਾ ਦੀ ਮੌਤ ਦਾ ਇੰਨਾ ਦੁੱਖ ਮਹਿਸੂਸ ਕੀਤਾ ਕਿ ਮੈਂ ਆਪਣੇ ਦਿਲ ਦਾ ਬੋਝ ਹੀ ਨਹੀਂ ਚੁੱਕ ਸਕਿਆ। ਮੇਰੀ ਮਤਰੇਈ ਭੈਣ ਵੀ ਕਾਲਜ ਛੱਡ ਮਤਰੇਈ ਮਾਂ ਹਰ ਸਮੇਂ ਮੇਰੇ ਕੋਲੋਂ ਪੈਸੇ ਮੰਗਦੀ ਰਹਿੰਦੀ ਸੀ ਅਤੇ ਕਦੇ ਮੈਨੂੰ ਘਰ ਦੀ ਬਣੀ ਚਾਹ ਵੀ ਨਹੀਂ ਦਿੱਤੀ ਸੀ। ਇੱਕ ਹਫ਼ਤਾ ਵੀ ਨਹੀਂ ਬੀਤਿਆ ਸੀ ਕਿ ਉਸ ਤੋਂ ਬਾਅਦ ਮੇਰੀ ਮਤਰੇਈ ਭੈਣ ਦੇ ਲਈ ਰਿਸ਼ਤੇ ਆਉਣ ਲੱਗੇ। ਉਸ ਦੀ ਮਾਂ ਨੇ ਉਸ ਦੇ ਲਈ ਇੱਕ ਮੁੰਡਾ ਵੀ ਚੁਣ ਲਿਆ। ਮੇਰੀ ਭੈਣ ਦਾ ਵਿਆਹ ਕਰਵਾਉਣ ਦਾ ਫੈਸਲਾ ਮੇਰੇ ਪਿਤਾ ਦੀ ਮੌਤ ਦੇ ਦੂਜੇ ਹਫ਼ਤੇ ਲਿਆ ਗਿਆ ਸੀ। ਮੇਰੀ ਮਾਂ ਨੇ ਵਿਆਹ ਲਈ ਮੇਰੇ ਤੋਂ ਵੱਡੀ ਰਕਮ ਦੀ ਮੰਗ ਕੀਤੀ, ਪਰ ਮੈਂ ਇਹ ਰਕਮ ਕਿੱਥੋਂ ਲਿਆਉਂਦਾ। ਇਸੇ ਲਈ ਅਸੀਂ ਇੱਕ ਦੂਜੇ ਦੀ ਸਲਾਹ ਨਾਲ ਦੁਕਾਨ ਵੇਚ ਦਿੱਤੀ ਤੇ ਮਿਲੇ ਪੈਸਿਆਂ ਨਾਲ ਮੇਰੀ ਭੈਣ ਦਾ ਵਿਆਹ ਕਰਵਾਇਆ। ਮੇਰੀ ਭੈਣ ਦਾ ਵਿਆਹ ਕਿਸੇ ਹੋਰ ਸ਼ਹਿਰ ਵਿੱਚ ਹੋ ਗਿਆ। ਵਿਆਹ ਤੋਂ ਬਾਅਦ ਮੇਰੀ ਭੈਣ ਨੇ ਆਪਣੀ ਮਾਂ ਨੂੰ ਆਪਣੇ ਘਰ ਬੁਲਾ ਲਿਆ। ਮੈਂ ਘਰ ਵਿੱਚ ਇਕੱਲਾ ਰਹਿ ਗਿਆ ਸੀ। ਕੁਝ ਦਿਨ ਹੀ ਹੋਏ ਸਨ ਜਦੋਂ ਕੁਝ ਲੋਕ ਘਰ ਖਾਲੀ ਕਰਵਾਉਣ ਲਈ ਆਏ ਤਾਂ ਮੈਨੂੰ ਪਤਾ ਲੱਗਾ ਕਿ ਦੁਕਾਨ ਦੇ ਨਾਲ-ਨਾਲ ਉਸਨੇ ਮਕਾਨ ਵੀ ਵੇਚ ਦਿੱਤਾ ਸੀ ਤੇ ਧੋਖੇ ਨਾਲ ਦੁਕਾਨ ਦੇ ਨਾਲ-ਨਾਲ ਮਕਾਨ ਦੇ ਦਸਤਾਵੇਜ਼ਾਂ 'ਤੇ ਵੀ ਮੇਰੇ ਕੋਲੋਂ ਸਾਈਨ ਕਰਵਾ ਲਏ ਸਨ। ਹੁਣ ਮਕਾਨ ਨੂੰ ਖਾਲੀ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਵੀ ਚਾਰਾ ਨਹੀਂ ਸੀ। ਮੈਂ ਘਰ ਅਤੇ ਦੁਕਾਨ ਦੋਵੇਂ ਗਵਾ ਚੁੱਕਾ ਸੀ। ਮੈਨੂੰ ਦੁਕਾਨ ਵੀ ਬੰਦ ਕਰਨੀ ਪਈ। 2 ਮਹੀਨੇ ਬੀਤ ਚੁੱਕੇ ਸਨ। ਇਸ ਤਰ੍ਹਾਂ ਜਦੋਂ ਮੈਂ ਮਜ਼ਦੂਰਾਂ ਤੋਂ ਦੁਕਾਨ ਦਾ ਸਮਾਨ ਬਾਹਰ ਕਰਵਾ ਰਿਹਾ ਸੀ ਤਾਂ ਬੱਚੀ ਮੇਰੇ ਕੋਲ ਆ ਕੇ ਬੋਲੀ, ਅੰਕਲ ਜੀ ਤੁਸੀਂ ਕਿੱਥੇ ਸੀ? ਮੈਂ ਰੋਜ਼ ਖਾਣਾ ਲੈ ਕੇ ਆਉਂਦੀ ਸੀ, ਪਰ ਤੁਹਾਡੀ ਦੁਕਾਨ ਬੰਦ ਦੇਖ ਕੇ ਮੈਂ ਵਾਪਸ ਚਲੀ ਜਾਂਦੀ ਸੀ। ਮੈਂ ਅਨਿਆਏ ਨੂੰ ਪਿਆਰ ਕੀਤਾ ਤੇ ਉਸਨੂੰ ਕਿਹਾ ਕਿ ਇਹ ਦੁਕਾਨ ਹੁਣ ਮੇਰੀ ਨਹੀਂ ਹੈ ਤੇ ਨਾ ਹੀ ਇੱਥੇ ਮੇਰਾ ਘਰ ਹੈ। ਮੈਂ ਕਿਤੇ ਹੋਰ ਜਗ੍ਹਾ, ਹੁਣ ਤੁਸੀਂ ਮੇਰੇ ਲਈ ਖਾਣਾ ਨਾ ਲਿਆਇਆ ਕਰੋ। ਉਸ ਕੁੜੀ ਦੀਆਂ ਅੱਖਾਂ ਅਥਰੂਆਂ ਨਾਲ ਭਰ ਗਈਆਂ ਅਤੇ ਫਿਰ ਉਹ ਵਾਪਸ ਚਲੀ ਗਈ। ਥੋੜ੍ਹੀ ਦੇਰ ਬਾਅਦ ਉਹ ਮੁੜ ਆਈ ਤੇ ਕਿਹਾ, ਮੰਮੀ ਕਹਿ ਰਹੀ ਹੈ ਕਿ ਤੁਸੀਂ ਉਸ ਦਿਨ ਚਾਹ ਪੀਣ ਦਾ ਵਾਅਦਾ ਕੀਤਾ ਸੀ ਪਰ ਤੁਸੀਂ ਨਹੀਂ ਆਏ। ਫਿਰ ਮੈਂ ਅਨਾਇਆ ਦੇ ਘਰ ਗਿਆ। ਚਾਹ ਬਣਾਉਣ ਲਈ ਉਸਦੀ ਮਾਂ ਰਸੋਈ ਵਿੱਚ ਗਈ ਸੀ ਤਾਂ ਕੁੜੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਰਾਏ 'ਤੇ ਰਹਿੰਦੇ ਹੋ। ਮੈਂ ਦੱਸਿਆ ਮੇਰੇ ਪਿਤਾ ਦੀ ਮੌਤ ਹੋ ਗਈ ਤਾਂ ਪਰਿਵਾਰ ਵਾਲੇ ਮੇਰੀ ਮਾਂ ਨੂੰ ਬਹੁਤ ਤੰਗ ਕਰਦੇ ਸਨ, ਇਸ ਲਈ ਮੇਰੀ ਮਾਂ ਘਰ ਛੱਡ ਕੇ ਚਲੀ ਗਈ। ਇਸੇ ਦੌਰਾਨ ਚਾਹ ਲੈ ਕੇ ਉਸਦੀ ਮਾਂ ਆਈ। ਆਪਣੀ ਧੀ ਨੂੰ ਗੱਲਾਂ ਕਰਦੀ ਦੇਖ ਕੇ ਪੁੱਛਣ ਲੱਗੀ, ਅੰਕਲ ਜੀ ਨਾਲ ਕੀ ਗੱਲ ਹੋ ਰਹੀ ਹੈ? ਅਨਾਇਆ ਦੀ ਮਾਂ ਨੇ ਮੇਰਾ ਧੰਨਵਾਦ ਕੀਤਾ। ਮੈਂ ਉਸ ਦਿਨ ਉਸਦੀ ਮਦਦ ਕੀਤੀ, ਪਰ ਮੈਂ ਕਿਹਾ ਕਿ ਤੁਸੀਂ ਹਰ ਰੋਜ਼ ਮੇਰੇ ਲਈ ਖਾਣਾ ਭੇਜਦੇ ਸੀ। ਮੈਂ ਇਸ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਉਹ ਭੋਜਨ ਭੇਜਣ ਦਾ ਮੇਰਾ ਮਕਸਦ ਸਿਰਫ ਆਪਣੇ ਮਰੇ ਹੋਏ ਪਤੀ ਨੂੰ ਖਾਣਾ ਦੇਣਾ ਸੀ, ਇਸ ਲਈ ਕੋਈ ਅਹਿਸਾਨ ਨਹੀਂ ਸੀ। ਚਾਹ ਪੀਣ ਤੱਕ ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਮੇਰਾ ਘਰ ਵਿਕ ਗਿਆ ਹੈ, ਇਸ ਲਈ ਮੈਂ ਇਹ ਜਗ੍ਹਾ ਛੱਡ ਕੇ ਜਾ ਰਿਹਾ ਹਾਂ। ਮੈਂ ਉਸ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਵੀ ਸੁਣਾ ਦਿੱਤੀ ਸੀ, ਪਰ ਆਪਣੀ ਕਹਾਣੀ ਸੁਣਾਉਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਇਹ ਇਕੱਲੀ ਔਰਤ ਹੁੰਦੇ ਹੋਏ ਵੀ ਕਿਸੇ ਅਣਜਾਣੇ ਇਲਾਕੇ ਵਿੱਚ ਆ ਕੇ ਵਸਣ ਦੀ ਵਜ੍ਹਾ ਪੁੱਛਣਾ ਚਾਹੁੰਦਾ ਸੀ। ਇਸੇ ਲਈ ਮੈਂ ਇਹ ਸਵਾਲ ਪੁੱਛਿਆ। ਫਿਰ ਉਸ ਨੇ ਦੱਸਿਆ ਕਿ ਇਹ ਕਹਾਣੀ ਬਹੁਤ ਲੰਬੀ ਹੈ, ਜੇ ਤੁਹਾਡੇ ਕੋਲ ਸਮਾਂ ਹੈ ਤਾਂ ਸੁਣੋ। ਮੈਂ ਕਿਹਾ ਦੱਸੋ। ਉਸ ਨੇ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਸਮੇਂ ਤੋਂ ਦੁਖੀ ਹਾਂ। ਮੇਰਾ ਨਾਮ ਸੁਮਨ ਹੈ। ਉਸ ਸਮੇਂ ਮੈਂ ਸਿਰਫ 7 ਸਾਲ ਦੀ ਸੀ ਜਦੋਂ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ। ਉਹ ਦੋਵੇਂ ਇੱਕ ਦੁਰਘਟਨਾ ਵਿੱਚ ਆਪਣੀ ਜਾਨ ਗਵਾ ਗਏ। ਮੈਨੂੰ ਇਸ ਬੇਰਹਿਮੀ ਸੰਸਾਰ ਦੇ ਜ਼ੁਲਮ ਸਹਿਣ ਲਈ ਛੱਡ ਗਏ। ਮੇਰੇ ਚਾਚਾ ਨੇ ਮੇਰਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ ਸੀ, ਪਰ ਮੈਂ ਉਹਨਾਂ ਕੋਲ ਸਿਰਫ 2 ਮਹੀਨੇ ਹੀ ਰਹਿ ਸਕੀ ਕਿਉਂਕਿ ਮੇਰੀ ਚਾਚੀ ਮੇਰੇ ਤੋਂ ਛੋਟੀ ਉਮਰ ਵਿੱਚ ਹੀ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ। ਮੈਨੂੰ ਬਹੁਤ ਕੁੱਟਦੀ ਸੀ। ਇੱਕ ਦਿਨ ਜਦੋਂ ਮੈਂ ਆਪਣੀ ਚਾਚੀ ਜੀ ਦੀ ਕੁੱਟਮਾਰ ਕਾਰਨ ਬੇਹੋਸ਼ ਹੋ ਗਈ ਤਾਂ ਇਹ ਖਬਰ ਮੇਰੇ ਮਾਮੇ ਤੱਕ ਪਹੁੰਚ ਗਈ। ਮੇਰੀ ਮਾਤਾ ਜੀ ਦੇ ਮੇਰੇ ਮਾਮੇ ਨਾਲ ਬਹੁਤ ਚੰਗੇ ਸੰਬੰਧ ਸਨ। ਭੈਣ ਭਰਾਵਾਂ ਵਿੱਚ ਬਹੁਤ ਪਿਆਰ ਸੀ। ਇਸੇ ਕਰਕੇ ਮੇਰੇ ਮਾਮਾ ਜੀ ਮੈਨੂੰ ਨਾਲ ਲੈ ਆਏ। ਮੇਰੇ ਮਾਮਾ ਜੀ ਦੇ ਘਰ ਆ ਕੇ ਕੁਝ ਦਿਨ ਸ਼ਾਂਤੀ ਨਾਲ ਬੀਤੇ ਸਨ। ਜਦੋਂ ਮੇਰੇ ਮਾਮੀ ਜੀ ਨੇ ਮੇਰੀ ਚਾਚੀ ਵਾਂਗੂ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਜਦੋਂ ਮੈਂ 10 ਸਾਲ ਦੀ ਸੀ ਮੈਂ ਸਾਰੇ ਕੰਮ ਕਰਨਾ ਸਿੱਖ ਲਏ ਸਨ। 10 ਤੋਂ 12 ਸਾਲ ਦੀ ਉਮਰ ਤੱਕ ਖਾਣਾ ਬਣਾਉਣ ਤੋਂ ਲੈ ਕੇ ਕੱਪੜੇ ਭਾਂਡੇ
ਝਾੜ ਪੂੰਝ ਸਭ ਕੁਝ ਕਰਨਾ ਸਿੱਖ ਲਿਆ ਸੀ। ਹੌਲੀ ਹੌਲੀ ਮਾਮੀ ਨੂੰ ਵੀ ਮੇਰੇ ਕੰਮ ਕਰਨ 'ਤੇ ਕੋਈ ਇਤਰਾਜ਼ ਨਹੀਂ ਰਿਹਾ। ਮਾਮੀ ਨੇ ਦੱਸਿਆ ਕਿ ਇਸ ਉਮਰ ਵਿੱਚ ਕੁੜੀਆਂ ਨੂੰ ਘਰ ਦਾ ਕੰਮ ਸਿਖਾਉਣ ਲਈ ਇਹ ਸਭ ਕਰਨਾ ਪੈਂਦਾ ਹੈ। ਜਦੋਂ ਮੈਂ ਉੱਥੇ ਸੀ ਤਾਂ ਮੇਰੇ ਮਾਮੇ ਦੇ ਵੱਡੇ ਲੜਕੇ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਜਦੋਂ ਲੜਕੀ ਦਾ ਪਰਿਵਾਰ ਨੀਰਜ ਭਰਾ ਨੂੰ ਦੇਖਣ ਆਇਆ ਤਾਂ ਨੀਰਜ ਭਰਾ ਦੀ ਸੱਸ ਨੇ ਮੈਨੂੰ ਆਪਣੇ ਪੁੱਤਰ ਲਈ ਪਸੰਦ ਕਰ ਲਿਆ। ਹਾਲਾਂਕਿ ਮੈਂ ਉਸ ਸਮੇਂ ਸਿਰਫ 12 ਸਾਲ ਦੀ ਸੀ, ਪਰ ਮੇਰੀ ਖੂਬਸੂਰਤੀ ਅਜਿਹੀ ਸੀ ਕਿ ਕੋਈ ਵੀ ਮੈਨੂੰ ਦੇਖ ਕੇ ਦੰਗ ਰਹਿ ਜਾਂਦਾ। ਹਾਲਾਂਕਿ ਉਸ ਸਮੇਂ ਵੀ ਉਸ ਲੜਕੇ ਦੀ ਉਮਰ 16 ਸਾਲ ਦੀ ਸੀ। ਮੁੰਡੇ ਦੇ ਘਰਦਿਆਂ ਨੇ ਮੇਰੇ ਲਈ ਹੱਥ ਮੰਗ ਲਿਆ ਤੇ ਮੇਰੀ ਵੀ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਉਸ ਘਰ ਵਿੱਚ ਮੰਗਣੀ ਹੋ ਗਈ। ਪਰ ਮੇਰੇ ਭਾਈ ਵਿਆਹ ਦੀ ਉਮਰ ਦੇ ਸਨ, ਇਸ ਲਈ ਉਹਨਾਂ ਦੇ ਵਿਆਹ ਦੀ ਤਾਰੀਖ ਵੀ ਜਲਦੀ ਤੈਅ ਹੋ ਗਈ ਅਤੇ ਮੈਂ ਛੋਟੀ ਸੀ ਅਤੇ ਨੈਤਿਕ ਵੀ ਛੋਟਾ ਸੀ, ਇਸ ਲਈ ਸਾਡਾ ਵਿਆਹ ਕੁਝ ਸਾਲ ਬਾਅਦ ਹੋਣਾ ਸੀ। ਮੇਰਾ ਸਹੁਰਾ ਘਰ ਬਹੁਤ ਚੰਗਾ ਸੀ, ਇਸੇ ਲਈ ਮੈਨੂੰ ਵੀ ਥੋੜ੍ਹਾ ਬਹੁਤਾ ਪਿਆਰ ਮਿਲਦਾ ਸੀ। ਮੇਰੀ ਨਣਦ ਜੋ ਮੇਰੀ ਮਾਮੀ ਦੀ ਨੂੰਹ ਸੀ, ਮੈਂ ਉਸਨੂੰ ਭਾਬੀ ਕਹਿ ਕੇ ਬੁਲਾਉਂਦੀ ਸੀ। ਉਹ ਵੀ ਮੇਰੇ ਨਾਲ ਬਹੁਤ ਚੰਗੀ ਸੀ। ਜਦੋਂ ਉਹ ਘਰ ਆਈ ਸੀ ਤਾਂ ਮੇਰੇ ਉੱਤੇ ਕੰਮ ਦਾ ਬੋਝ ਥੋੜ੍ਹਾ ਘਟ ਗਿਆ ਸੀ। ਉਹ ਖੁਦ ਮੇਰੀ ਮਦਦ ਕਰਦੀ ਸੀ। ਜਦੋਂ ਕਿ ਮੇਰੀ ਮਾਮੀ ਨੇ ਉਸਨੂੰ ਕਿਹਾ ਸੀ ਕਿ ਸੁਮਨ ਕੰਮ ਕਰਨ ਵਿੱਚ ਬਹੁਤ ਮਾਹਿਰ ਹੈ, ਆਪਣੇ ਆਪ ਨੂੰ ਪਰੇਸ਼ਾਨ ਨਾ ਕਰੋ। ਪਰ ਭਾਬੀ ਬਹੁਤ ਵਧੀਆ ਸੀ, ਉਹ ਮਾਮੀ ਨੂੰ ਕੁਝ ਵੀ ਨਹੀਂ ਕਹਿੰਦੀ ਸੀ, ਪਰ ਫਿਰ ਮੇਰੀ ਮਦਦ ਵੀ ਕਰ ਲੈਂਦੀ ਸੀ। ਸਾਡੀ ਜ਼ਿੰਦਗੀ ਇਸੇ ਤਰ੍ਹਾਂ ਖੁਸ਼ੀ ਨਾਲ ਚੱਲ ਰਹੀ ਸੀ। ਮੇਰੀ ਉਮਰ 17 ਸਾਲ ਦੀ ਹੋ ਗਈ ਸੀ। ਮੇਰਾ ਮੰਗੇਤਰ ਵੀ ਅਕਸਰ ਘਰ ਆਉਂਦਾ ਰਹਿੰਦਾ ਸੀ। ਜਦੋਂ ਉਹ ਮੈਨੂੰ ਦੇਖਦਾ ਸੀ ਤਾਂ ਉਸ ਦਾ ਚਿਹਰਾ ਚਮਕ ਜਾਂਦਾ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸੀ, ਪਰ ਘਰ ਵਿੱਚ ਇੰਨੀ ਆਜ਼ਾਦੀ ਨਹੀਂ ਸੀ ਕਿ ਅਸੀਂ ਇਕੱਠੇ ਬੈਠ ਕੇ ਗੱਲਾਂ ਕਰ ਸਕੀਏ। ਇਸੇ ਲਈ ਅਸੀਂ ਦੋਵੇਂ ਲੁਕ ਛਿਪ ਕੇ ਗੱਲਾਂ ਕਰਦੇ ਰਹਿੰਦੇ ਸੀ, ਜਿਸ ਵਿੱਚ ਭਾਬੀ ਦੀ ਪੂਰੀ ਮਦਦ ਹੁੰਦੀ ਸੀ। ਉਹ ਦਿਨ ਮੇਰੀ ਜ਼ਿੰਦਗੀ ਦੇ ਬਹੁਤ ਸੋਹਣੇ ਦਿਨ ਸਨ। ਉਹ ਵੀ ਆਉਂਦਾ ਤੇ ਮੇਰੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ। ਮੇਰੀ ਹੋਣ ਵਾਲੀ ਸੱਸ ਮੈਨੂੰ ਵਧੀਆ ਤੋਹਫੇ ਤੇ ਖਾਣ ਪੀਣ ਦੀਆਂ ਚੀਜ਼ਾਂ ਦਿੰਦੀ ਸੀ। ਮੈਨੂੰ ਮੇਰੇ ਸਹੁਰਿਆਂ ਤੋਂ ਬਹੁਤ ਪਿਆਰ ਮਿਲ ਰਿਹਾ ਸੀ, ਪਰ ਕਿਸਮਤ ਮਾੜੀ ਸੀ। ਵਿਆਹ ਦੇ 5-6 ਸਾਲ ਬਾਅਦ ਰੱਬ ਨੇ ਭਾਬੀ ਨੂੰ ਖੁਸ਼ੀਆਂ ਦਿੱਤੀਆਂ ਅਤੇ ਉਸ ਦੀ ਡਿਲੀਵਰੀ ਦੇ ਆਖਰੀ ਦਿਨ ਚੱਲ ਰਹੇ ਸਨ। ਉਹ ਆਪਣੇ ਰੂਟੀਨ ਚੈੱਕਅਪ ਲਈ ਹਸਪਤਾਲ ਜਾ ਰਹੀ ਸੀ ਕਿ ਕਾਰ ਵਿੱਚ ਆਪਣੇ ਪਤੀ ਨਾਲ ਹੀ ਮੌਜੂਦ ਇੱਕ ਭਿਆਨਕ ਹਾਦਸੇ ਵਿੱਚ ਭਰਜਾਈ ਅਤੇ ਭਰਾ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਭਰਜਾਈ ਦਾ ਆਪਰੇਸ਼ਨ ਕੀਤਾ ਗਿਆ। ਬੱਚੀ ਤਾਂ ਬਚ ਗਈ, ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਇਸ ਦੁਨੀਆ ਤੋਂ ਚਲੀ ਗਈ। ਮੇਰੀ ਭਾਬੀ ਦੇ ਨਾਲ ਨਾਲ ਉਹ ਮੇਰੀ ਹੋਣ ਵਾਲੀ ਨਣਦ ਵੀ ਸੀ। ਉਸ ਦਾ ਬੱਚਾ ਪੈਦਾ ਹੁੰਦੇ ਹੀ ਯਤੀਮ ਹੋ ਗਿਆ ਸੀ। ਮੈਨੂੰ ਉਹ ਦਿਨ ਯਾਦ ਆਉਣ ਲੱਗ ਪਏ ਜਦੋਂ ਮੈਂ ਆਪ ਅਨਾਥ ਹੋ ਗਈ, ਜਿਸ ਲਈ ਮੈਂ ਉਸ ਮਾਸੂਮ ਲੜਕੀ ਨੂੰ ਜੱਫੀ ਪਾ ਲਈ। ਤੇ ਭਾਬੀ ਦੀ ਮੌਤ ਬਾਰੇ ਭਰਾ ਨੂੰ ਵੀ ਕੁਝ ਨਹੀਂ ਪਤਾ ਸੀ, ਕਿਉਂਕਿ ਉਹ ਹਸਪਤਾਲ ਵਿੱਚ ਹੀ ਸੀ, ਅਜੇ ਵੀ ਬੇਹੋਸ਼ ਸੀ। ਭਰਾ ਦੀਆਂ ਦੋਵੇਂ ਲੱਤਾਂ ਜ਼ਖਮੀ ਹੋ ਗਈਆਂ ਸਨ। ਜਦੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਸਾਰਿਆਂ ਨੇ ਉਸਨੂੰ ਭਾਬੀ ਦੇ ਬਾਰੇ ਕੁਝ ਨਾ ਦੱਸਣ ਦਾ ਫੈਸਲਾ ਕੀਤਾ। ਫਿਰ ਕੁਝ ਦਿਨਾਂ ਬਾਅਦ ਬਹੁਤ ਬੁਰੀ ਖਬਰ ਆਈ ਕਿ ਡਾਕਟਰ ਨੇ ਨੂੰ ਭਰਾ ਦੀ ਇੱਕ ਲੱਤ ਕੱਟਣੀ ਪਈ। ਉਹ ਪੱਕੇ ਤੌਰ ਤੇ ਅਪਾਹਜ ਹੋ ਗਿਆ। ਇਹ ਸੁਣ ਕੇ ਸਾਡੇ ਘਰ ਵਿੱਚ ਮੌਤ ਨਾਲੋਂ ਵੀ ਵੱਡਾ ਮਾਹੌਲ ਹੋ ਗਿਆ। ਹਰ ਪਾਸੇ ਸਨਾਟਾ ਛਾ ਗਿਆ। ਜੋ ਕੋਈ ਜਿੱਥੇ ਪਿਆ ਹੁੰਦਾ ਉੱਥੇ ਹੀ ਪਿਆ ਰਹਿੰਦਾ, ਨਾ ਕੋਈ ਹੱਸਦਾ ਤੇ ਨਾ ਕੋਈ ਬੋਲਦਾ। ਕਿਸੇ ਨੂੰ ਖਾਣ ਪੀਣ ਦੀ ਵੀ ਹੋਸ਼ ਨਹੀਂ ਸੀ। ਮੈਂ ਹਰ ਸਮੇਂ ਉਸ ਸਮੇਂ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਫਿਰਦੀ ਰਹਿੰਦੀ। ਇਹ ਦੇਖ ਕੇ ਪਤਾ ਨਹੀਂ ਕਦੋਂ ਮੇਰੀ ਮਾਮੀ ਦੇ ਦਿਲ ਵਿੱਚ ਇਹ ਖਿਆਲ ਆਇਆ ਕਿ ਉਹ ਮੇਰੀ ਮੰਗਣੀ ਤੋੜ ਕੇ ਮੈਨੂੰ ਇਸ ਘਰ ਵਿੱਚ ਸਦਾ ਲਈ ਰੱਖ ਲਵੇ, ਤਾਂ ਜੋ ਮੈਂ ਉਸ ਦਾ ਅਪਾਹਜ ਪੁੱਤਰ ਤੇ ਉਸ ਦੀ ਪੋਤੀ ਦੀ ਦੇਖਭਾਲ ਕਰਦੀ ਰਹਾਂ, ਕਿਉਂਕਿ ਲੜਕੀ ਮੇਰੇ ਬਹੁਤ ਨੇੜੇ ਹੋ ਗਈ ਸੀ। ਪਰ ਮੈਂ ਨੈਤਿਕ ਨੂੰ ਬਹੁਤ ਪਿਆਰ ਕਰਦੀ ਸੀ। ਇਹ ਸੁਣ ਕੇ ਮੈਂ ਬਹੁਤ ਰੋਈ। ਮੇਰੇ ਮਾਮੇ ਨੂੰ ਮੇਰੇ ਤੇ ਤਰਸ ਆਏ, ਪਰ ਮੇਰੀ ਮਾਮੀ ਨੇ ਆਪਣੇ ਪਤੀ ਦੀ ਗੱਲ ਨਹੀਂ ਸੁਣੀ ਅਤੇ ਮੇਰੇ ਸਹੁਰਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਇਹ ਰਿਸ਼ਤਾ ਖਤਮ ਕਰਦੇ ਹਾਂ, ਤਾਂ ਉਹ ਗੁੱਸੇ ਹੋ ਕੇ ਚਲੇ ਗਏ ਸੀ। ਫਿਰ ਇੱਕ ਦਿਨ ਮਾਮੇ ਨੇ ਮੈਨੂੰ ਬੁਲਾਇਆ ਤੇ ਕਿਹਾ, ਦੋਵਾਂ ਦਾ ਵਿਆਹ ਕਰਵਾ ਦਿੱਤਾ ਅਤੇ ਫਿਰ ਗੁਪਤ ਰੂਪ ਵਿੱਚ ਉਸ ਨਾਲ ਮੈਨੂੰ ਵਿਦਾ ਕਰ ਦਿੱਤਾ। ਮੇਰੀ ਮਾਮੀ ਤੇ ਉਸਦੇ ਪੁੱਤਰ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਸੀ। ਉਹ ਦੋਵੇਂ ਸੋਚਦੇ ਸਨ ਕਿ ਮੈਂ ਘਰੋਂ ਭੱਜ ਗਈ ਹਾਂ। ਮੈਨੂੰ ਆਪਣੀ ਭਾਬੀ ਦੀ ਮਾਸੂਮ ਧੀ ਨੂੰ ਪਿੱਛੇ ਛੱਡਣਾ ਚੰਗਾ ਨਹੀਂ ਲੱਗਦਾ ਸੀ, ਪਰ ਮਾਮੇ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਬੱਚੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੇ
ਇਸੇ ਲਈ ਮੈਂ ਉੱਥੇ ਸਦਾ ਲਈ ਦੂਰ ਚਲੀ ਗਈ ਸੀ। ਪਰ ਇਸ ਤਰ੍ਹਾਂ ਲੁਕ ਛਿਪ ਕੇ ਵਿਆਹ ਕਰਨ ਤੋਂ ਬਾਅਦ ਮੇਰੇ ਸਹੁਰਿਆਂ ਤੋਂ ਪਿਆਰ ਅਤੇ ਸਤਿਕਾਰ ਨਹੀਂ ਮਿਲ ਸਕਿਆ ਜੋ ਇੱਕ ਬਹੂ ਨੂੰ ਮਿਲਦਾ ਸੀ। ਜਦੋਂ ਤੱਕ ਨੈਤਿਕ ਜਿੰਦਾ ਸੀ ਮੈਂ ਆਪਣੇ ਸਹੁਰੇ ਘਰ ਰਹਿੰਦੀ ਸੀ। ਮੇਰਾ ਪਤੀ ਸਿਪਾਹੀ ਸੀ ਤੇ ਜੋ ਆਪਣੀ ਡਿਊਟੀ ਲਈ ਅਕਸਰ ਘਰੋਂ ਬਾਹਰ ਰਹਿੰਦਾ ਸੀ। ਮੈਂ ਸਹੁਰਿਆਂ ਤੋਂ ਹਰ ਤਰ੍ਹਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਨੈਤਿਕ ਨੂੰ ਡਿਊਟੀ ਤੇ ਗਏ ਹੋਏ ਮਹੀਨਾ ਬੀਤ ਗਿਆ ਸੀ। ਜਲਦੀ ਹੀ ਉਹ ਛੁੱਟੀ ਲੈ ਕੇ ਘਰ ਪਰਤਣ ਵਾਲਾ ਸੀ, ਪਰ ਉਸਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਖਬਰ ਆਈ ਕਿ ਉਹ ਸ਼ਹੀਦ ਹੋ ਗਿਆ ਹੈ। ਇਹ ਖਬਰ ਸੁਣਦੇ ਸਾਰ ਮੇਰੀ ਸੱਸ ਨੇ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਹ ਮਨਹੂਸ ਹੈ, ਜਿਸ ਨਾਲ ਵਿਆਹ ਕਰਕੇ ਮੇਰਾ ਪੁੱਤ ਮਾਰਿਆ ਗਿਆ। ਇਹ ਸਭ ਉਸ ਮਾਸੂਮ ਬੱਚੀ ਦਾ ਸਰਾਪ ਹੈ ਜਿਸ ਨੂੰ ਤੁਸੀਂ ਪਿੱਛੇ ਛੱਡ ਕੇ ਆਏ ਹੋ। ਮੇਰੇ ਪਤੀ ਦੀ ਮੌਤ ਦਾ ਸਦਮਾ ਮੇਰੇ ਲਈ ਬਹੁਤ ਵੱਡਾ ਸੀ। ਉਸ ਤੋਂ ਬਾਅਦ ਘਰ ਵਿੱਚ ਨਿੱਤ ਦਾ ਕਲੇਸ਼ ਮੈਨੂੰ ਅੰਦਰੋਂ ਤਬਾਹ ਕਰ ਰਿਹਾ ਸੀ। ਮੇਰੇ ਪਤੀ ਦੀ ਮੌਤ ਦੇ 1 ਮਹੀਨੇ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ। ਹੁਣ ਛੋਟੀ ਜਿਹੀ ਜ਼ਿੰਦਗੀ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਹੈ, ਇਸ ਲਈ ਮੈਂ ਆਪਣੇ ਆਪ ਤੇ ਕਾਬੂ ਪਾਇਆ। ਮਾਂ ਬਣਨ ਦੇ ਕਾਰਨ ਮੇਰੇ ਸਹੁਰਿਆਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਆਪਣੇ ਘਰ ਰੱਖਿਆ, ਪਰ ਜਿਵੇਂ ਹੀ ਮੈਂ ਬੇਟੀ ਨੂੰ ਜਨਮ ਦਿੱਤਾ ਤਾਂ ਕੋਈ ਵੀ ਮੈਨੂੰ ਘਰ ਰੱਖਣ ਲਈ ਤਿਆਰ ਨਹੀਂ ਸੀ। ਪਰ ਫਿਰ ਵੀ ਮੈਂ ਆਪਣੀ ਜ਼ਿੰਦਗੀ ਦੇ 4 ਸਾਲ ਉੱਥੇ ਜਾਨਵਰਾਂ ਵਾਂਗ ਗੁਜ਼ਾਰ ਦਿੱਤੇ। ਪਰ ਜਦੋਂ ਮੈਂ ਹੋਰ ਬਰਦਾਸ਼ਤ ਨਾ ਕਰ ਸਕੀ ਤਾਂ ਮੈਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਫਿਰ ਮੈਂ ਆਪਣੀ ਮਾਮੀ ਦੇ ਘਰ ਵਾਪਸ ਚਲੀ ਗਈ। ਪਰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਮੇਰੇ ਮਾਮਾ ਜੀ ਵੀ ਇਸ ਜਹਾਨ ਤੋਂ ਚਲੇ ਗਏ ਹਨ ਤੇ ਮੇਰੀ ਮਾਮੀ ਨੇ ਆਪਣੇ ਲੜਕੇ ਦਾ ਵਿਆਹ ਇੱਕ ਵਿਧਵਾ ਔਰਤ ਨਾਲ ਕਰਵਾ ਦਿੱਤਾ। ਪਰ ਉਸ ਔਰਤ ਨੇ ਮੇਰੀ ਮਾਮੀ ਅਤੇ ਮੇਰੇ ਅਪਾਹਜ ਭਰਾ ਨੂੰ ਵੀ ਘਰੋਂ ਕਰ ਦਿੱਤਾ ਸੀ। ਉਹ ਆਪਣੀ ਧੀ ਅਤੇ ਪਤੀ ਨੂੰ ਬਹੁਤ ਤੰਗ ਕਰਦੀ ਸੀ। ਮੈਂ ਬੇਵਸ ਤੇ ਲਾਚਾਰ ਸੀ। ਮੈਂ ਕਿਸੇ ਦੀ ਮਦਦ ਕਿਵੇਂ ਕਰ ਸਕਦੀ ਸੀ? ਇਸ ਲਈ ਮੈਂ ਮੂੰਹ ਨੀਵਾਂ ਕੀਤਾ ਤੇ ਉੱਥੋਂ ਤੁਰ ਪਈ। ਇੱਥੇ ਮੈਂ ਇੱਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਲੈ ਲਿਆ ਤੇ ਆਪਣੇ ਪਤੀ ਵੱਲੋਂ ਮਿਲਣ ਵਾਲੀ ਪੈਨਸ਼ਨ ਤੇ ਗੁਜ਼ਾਰਾ ਕਰਨ ਲੱਗ ਪਈ। ਮੈਨੂੰ ਉਸ ਔਰਤ ਦੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ। ਉਹ ਮੇਰੇ ਨਾਲੋਂ ਤਾਕਤਵਰ ਸੀ। ਜਦੋਂ ਮੈਂ ਇਜਾਜ਼ਤ ਲੈ ਕੇ ਉੱਥੋਂ ਜਾਣ ਲੱਗਾ ਤਾਂ ਅਨਾਇਆ ਮੇਰਾ ਹੱਥ ਫੜ ਕੇ ਮੇਰੇ ਸਾਹਮਣੇ ਖੜੀ ਹੋ ਗਈ। ਉਸਨੇ ਕਿਹਾ, ਅੰਕਲ ਕਿਤੇ ਨਾ ਜਾਓ, ਤੁਹਾਡੇ ਕੋਲ ਵੀ ਘਰ ਨਹੀਂ ਹੈ, ਤੁਸੀਂ ਸਾਡੇ ਕੋਲ ਕਿਰਪਾ ਕਰਕੇ ਰਹੋ। ਇਹ ਸੁਣ ਕੇ ਮੈਂ ਸੁਮਨ ਵੱਲ ਦੇਖਿਆ। ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਸ਼ਾਇਦ ਉਹ ਵੀ ਇਹੀ ਸੋਚ ਰਹੀ ਹੋਵੇਗੀ, ਕਾਸ਼ ਜੇਕਰ ਉਸਦੀ ਬੇਟੀ ਦਾ ਪਿਤਾ ਜਿੰਦਾ ਹੁੰਦਾ ਤਾਂ ਉਸਨੂੰ ਕਿਸੇ ਹੋਰ ਤੋਂ ਉਮੀਦ ਰੱਖਣ ਦੀ ਲੋੜ ਨਹੀਂ ਸੀ। ਕੁਝ ਦੇਰ ਸੋਚਣ ਤੋਂ ਬਾਅਦ ਮੈਂ ਸੁਮਨ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਕਿਉਂਕਿ ਉਹ ਅਤੇ ਮੈਂ ਇੱਕੋ ਜਿਹੇ ਅਤੇ ਇੱਕ ਦੂਜੇ ਦੇ ਸਹਾਰੇ ਦੀ ਲੋੜ ਸੀ। ਆਪਣੀ ਧੀ ਵੱਲ ਦੇਖਦੇ ਹੋਏ ਉਸਨੇ ਮੇਰੀ ਪੇਸ਼ਕਸ਼ ਸਵੀਕਾਰ ਕਰ ਲਈ। ਫਿਰ ਸਾਡੀ ਸੁੰਦਰ ਜ਼ਿੰਦਗੀ ਸ਼ੁਰੂ ਹੋ ਗਈ। ਮੈਂ ਅਤੇ ਸੁਮਨ ਨੇ ਵਿਆਹ ਬੜੀ ਸਾਦਗੀ ਨਾਲ ਕੀਤਾ ਸੀ। ਵਿਆਹ ਵਾਲੀ ਰਾਤ ਜਦੋਂ ਮੈਂ ਕਮਰੇ ਵਿੱਚ ਜਾ ਕੇ ਸੁਮਨ ਦਾ ਪਰਦਾ ਚੁੱਕਣ ਲੱਗਾ ਤਾਂ ਮੈਂ ਬਹੁਤ ਹੀ ਸ਼ਰਮਿੰਦਗੀ ਨਾਲ ਕਿਹਾ, ਸੁਮਨ, ਮੇਰੇ ਕੋਲ ਮੂੰਹ ਦਿਖਾਈ ਦੇਣ ਲਈ ਕੁਝ ਵੀ ਨਹੀਂ ਹੈ। ਜਿਸ ਤੇ ਸੁਮਨ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗੀ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੇਰੀ ਇੱਕ ਗੱਲ ਮੰਨ ਲਓ। ਮੈਂ ਕਿਹਾ, ਸੁਮਨ, ਮੈਨੂੰ ਦੱਸੋ, ਤੁਸੀਂ ਜੋ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ। ਸੁਮਨ ਨੇ ਕਿਹਾ ਕਿ ਮੈਂ ਆਪਣੀ ਭਰਜਾਈ ਦੀ ਬੇਟੀ ਨੂੰ ਗੋਦ ਲੈਣਾ ਚਾਹੁੰਦੀ ਹਾਂ। ਮੈਂ ਉਸ ਨਾਲ ਵਾਅਦਾ ਕੀਤਾ ਕਿ ਅਸੀਂ ਉਸ ਕੁੜੀ ਨੂੰ ਜ਼ਰੂਰ ਵਾਪਸ ਲਿਆਵਾਂਗੇ ਅਤੇ ਉਸ ਨੂੰ ਚੰਗੀ ਜ਼ਿੰਦਗੀ ਦੇਵਾਂਗੇ। ਮੇਰੀ ਗੱਲ ਸੁਣ ਕੇ ਸੁਮਨ ਮੁਸਕਰਾਈ ਅਤੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ। ਮੈਂ ਵੀ ਸਮਝਦਾਰੀ ਨਾਲ ਵਾਅਦਾ ਕੀਤਾ ਕਿ ਸਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹੇਗੀ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੇ ਤੁਹਾਨੂੰ ਕਦੇ ਵੀ ਕੋਈ ਪਰੇਸ਼ਾਨੀ ਨਾ ਆਵੇ। ਇਹ ਕਹਿ ਕੇ ਮੈਂ ਸੁਮਨ ਨੂੰ ਬਾਹਾਂ ਵਿੱਚ ਲੈ ਲਿਆ। ਅਗਲੇ ਹੀ ਦਿਨ ਅਸੀਂ ਸੁਮਨ ਦੀ ਭਰਜਾਈ ਦੀ ਧੀ ਨੂੰ ਸੁਮਨ ਦੇ ਮਾਮੇ ਦੇ ਘਰੋਂ ਲੈ ਆਏ। ਉਸਦੀ ਮਤਰੇਈ ਮਾਂ ਉਸਨੂੰ ਬਹੁਤ ਤੰਗ ਕਰਦੀ ਸੀ। ਉਹ 7 ਸਾਲ ਦੀ ਮਾਸੂਮ ਬੱਚੀ ਸੁੱਕ ਗਈ ਸੀ। ਸੁਮਨ ਦਾ ਪਿਆਰ ਉਸ ਲਈ ਜਾਗ ਗਿਆ। ਉਸਨੇ ਉਸਨੂੰ ਆਪਣੀ ਗੋਦ ਵਿੱਚ ਲੈ ਲਿਆ। ਅਸੀਂ ਕਾਨੂੰਨੀ ਤੌਰ ਤੇ ਉਸਨੂੰ ਗੋਦ ਲੈ ਲਿਆ। ਹੁਣ ਸਾਡੇ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮੈਂ ਵੀ ਇੱਕ ਕਿਰਾਏ ਦੀ ਦੁਕਾਨ ਲੈ ਕੇ ਆਪਣਾ ਸਾਰਾ ਸਮਾਨ ਭਰ ਕੇ ਦੁਬਾਰਾ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਅਗਲੇ ਸਾਲ ਰੱਬ ਨੇ ਸਾਡੀਆਂ ਝੋਲੀਆਂ ਖੁਸ਼ੀ ਨਾਲ ਭਰ ਦਿੱਤੀਆਂ। ਜਦੋਂ ਸੁਮਨ ਨੇ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਤਾਂ ਮੇਰੇ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ। ਰੱਬ ਨੇ ਸਾਨੂੰ ਇੰਨਾ ਪਿਆਰਾ ਪਰਿਵਾਰ ਦਿੱਤਾ ਹੈ ਕਿ ਰੱਬ ਦਾ ਅਸੀਂ ਪੂਰੀ ਤਰ੍ਹਾਂ ਧੰਨਵਾਦ ਵੀ ਨਹੀਂ ਕਰ ਸਕਦੇ।